ਸਤਿ ਸ੍ਰੀ ਅਕਾਲ ਜੀ ਦੋਸਤੋ, ਸਵਾਗਤ ਹੈ ਤੁਹਾਡਾ ਕਰੰਟ ਅਫੇਅਰ ਦੇ ਇਸ ਵੀਕਲੀ ਸੈਸ਼ਨ ਦੇ ਵਿੱਚ। ਅੱਜ ਆਪਾਂ ਕਵਰ ਕਰਾਂਗੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ। ਇਸ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਇੱਕ ਕੁਐਸਚਨ ਕਵਰ ਕਰਾਂਗੇ ਜੋ ਹੈ ਬਿਮਸਟਿਕ ਦੇ ਬਾਰੇ। UPSC ਦੇ ਪ੍ਰਿਲਿਮਸ ਦੇ ਵਿੱਚ ਇੱਕ ਕੁਐਸਚਨ ਵੀ ਆਇਆ ਸੀ ਬਿਮਸਟਿਕ ਦੇ ਬਾਰੇ ਕਿ ਉਸਦੇ ਕਈ ਸਾਰੇ ਸਟੇਟਮੈਂਟ ਜਿਹਦੇ ਵਿੱਚ ਦਿੱਤੇ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਰਾਈਟ ਜਾਂ ਰੋਂਗ ਸਿਲੈਕਟ ਕਰਨਾ ਸੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਮਸਟਿਕ। ਇਹ ਕੀ ਹੈ ਬਿਮਸਟਿਕਸ? BIMSTEC stands for Bay of Bengal Initiative for Multi-Sectoral Technical and Economic Cooperation। ਇਸ ਦਾ ਜੋ ਹੈੱਡਕੁਆਟਰ ਹੈ ਉਹ ਹੈ ਢਾਕਾ, ਬੰਗਲਾਦੇਸ਼ ਦੇ ਵਿੱਚ। ਮੈਂਬਰਸ ਨੇ ਜਿਹੜੇ ਇਹਦੇ ਟੋਟਲ 7 ਮੈਂਬਰ ਹੈ, ਜਿਨ੍ਹਾਂ ਦੇ ਵਿੱਚ ਬੰਗਲਾਦੇਸ਼, ਇੰਡੀਆ, ਮਿਆਂਮਾਰ, ਸ਼੍ਰੀਲੰਕਾ, ਥਾਈਲੈਂਡ, ਨੇਪਾਲ ਅਤੇ ਭੂਟਾਨ। ਇਹ ਇੱਕ ਆਰਗੇਨਾਈਜੇਸ਼ਨ ਹੈ ਜਿਸ ਦੇ ਕੁਛ ਆਬਜੈਕਟਿਵਸ ਹੈ ਜਿਹੜੇ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਦੀ ਜੋ ਮੇਨ ਅਚੀਵਮੈਂਟ ਹੈ, ਜੋ ਮੇਨ ਹੈ, ਉਹ ਹੈ ਕਾਊਂਟਰ ਟੈਰਰਿਜ਼ਮ ਅਤੇ ਡਿਜ਼ਾਸਟਰ ਮੈਨੇਜਮੈਂਟ ਦੇ ਰਿਲੇਟਿਡ ਕੰਮ ਕਰਨਾ। ਅਗਲਾ ਜਿਹੜਾ ਮਹੱਤਵਪੂਰਨ ਸਵਾਲ ਹੈ ਉਹ ਹੈ ਏਅਰਫੋਰਸ ਦੀ ਐਕਸਰਸਾਈਜ਼ ਦੇ ਰਿਲੇਟਿਡ। ਅਤੇ ਸਵਾਲ ਹੈ ਕਿ ਐਕਸਰਸਾਈਜ਼ ਟਾਈਗਰ ਕਲਾਹ ਇੰਡੀਆ ਅਤੇ ਹੋਰ ਕਿਸ ਦੇਸ਼ ਦੀ ਏਅਰਫੋਰਸ ਦੇ ਵਿਚਕਾਰ ਹੋਈ ਹੈ? ਅਤੇ ਉਹ ਸਹੀ ਆਨਸਰ ਹੈ US ਏਅਰਫੋਰਸ। ਐਕਸਰਸਾਈਜ਼ ਟਾਈਗਰ ਕਲਾਹ ਇਸ ਦਾ ਜਿਹੜਾ ਫਸਟ ਐਡੀਸ਼ਨ ਇਸ ਵਾਰ ਹੋਇਆ, ਜਿਹੜਾ ਕਿ ਗਾਰਡ ਰੈਜੀਮੈਂਟਲ ਟ੍ਰੇਨਿੰਗ ਸੈਂਟਰ ਵਿਖੇ ਪੂਰਾ ਕੀਤਾ ਗਿਆ, ਜਿਸ ਦਾ ਜੋ ਟੈਂਟੇਟਿਵ ਡੇਟਸ ਹੈ ਉਹ ਹੈ 26 ਮਈ ਤੋਂ ਲੈ ਕੇ 10 ਜੂਨ ਤੱਕ 2025 ਨੂੰ ਇਹ ਐਕਸਰਸਾਈਜ਼ ਹੋਈ ਹੈ। ਅਗਲਾ ਹੈ ਕੁਐਸਚਨ, ਵੇਅਰ ਇਜ਼ ਦਾ ਇੰਡੋ ਫ੍ਰੈਂਚ ਐਕਸਰਸਾਈਜ਼ ਸ਼ਕਤੀ 2025 ਬੀਂਗ ਹੈਲਡ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕੈਂਪ ਲਾਰਜ਼ੈਕ। ਕੈਂਪ ਲਾਰਜ਼ੈਕ ਕੀ ਹੈ ਕਿ ਫਰਾਂਸ ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਇਹ ਐਕਸਰਸਾਈਜ਼ ਹੈ, ਜੋ ਇੰਡੋ ਫ੍ਰੈਂਚ ਮਿਲਟਰੀ ਐਕਸਰਸਾਈਜ਼ ਸ਼ਕਤੀ ਹੈ, ਉਹ ਕੰਡਕਟ ਕੀਤੀ ਗਈ ਹੈ। ਓਵਰਆਲ 8ਵਾਂ ਐਡੀਸ਼ਨ ਹੈ ਇਸ ਐਕਸਰਸਾਈਜ਼ ਦਾ, ਜਿਹੜਾ ਫਰਾਂਸ ਦੇ ਵਿੱਚ ਹੋ ਰਿਹਾ ਹੈ। ਵਾਟ ਇਜ਼ ਦਾ ਨੇਮ ਆਫ ਦਾ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਬਾਈ ਡਿਫੈਂਸ ਸਾਈਬਰ ਏਜੰਸੀ? ਡਿਫੈਂਸ ਏਜੰਸੀ ਵੱਲੋਂ ਜੋ ਐਕਸਰਸਾਈਜ਼ ਕਰਾਈ ਗਈ ਹੈ ਉਹ ਹੈ ਸਾਈਬਰ ਸੁਰੱਖਿਆ। ਸਾਈਬਰ ਸੁਰੱਖਿਆ ਆ ਸਾਈਬਰ ਸਿਕਿਉਰਿਟੀ ਡਰਿਲ ਇਨੀਸ਼ੀਏਟਿਡ ਬਾਈ ਇੰਡੀਆਜ਼ ਸਾਈਬਰ ਡਿਫੈਂਸ ਸਾਈਬਰ ਏਜੰਸੀ aims to bolster cyber resilience across defense and national institutions. What missile is said to be equipped on Su-30 Mark 1 and Jaguar jets? Right option is SA। ਹੁਣ SA ਕੀ ਹੈ? ਸਮਾਰਟ ਐਂਟੀ ਏਅਰਫੀਲਡ ਵੈਪਨ ਜੋ ਇਕੁਇਪ ਕੀਤਾ ਗਿਆ ਹੈ Su-30 ਫਾਈਟਰ ਜੈਟ 'ਤੇ ਜੈਗੁਆਰ ਫਾਈਟਰ ਜੈਟ 'ਤੇ। ਇਹ ਡਿਵੈਲਪ ਕੀਤਾ ਹੈ DRDO ਨੇ। ਅਤੇ SA ਕੀ ਹੈ? ਇਹ ਦੈਟ ਇਜ਼ ਅ ਪ੍ਰੈਸੀਸ਼ਨ ਗਾਈਡਡ ਬੋਮ that can strike over 100 kilometers away. The Indian Air Force will deploy it on Su-30 Mark 1 and Jaguar fighter jet. What is INS Arnala? INS Arnala known for shallow water anti-submarine craft. INS Arnala was commissioned on June 18, 2025. INS Arnala is India's first indigenously built anti-submarine warfare shallow water craft. It enhances the Navy's coastal defense and urban undersea surveillance. Which country launched Operation True Promises 3? Right answer is Iran। ਦੋਸਤੋ, ਤੁਹਾਨੂੰ ਪਤਾ ਹੈ ਕਿ ਪਿਛਲੇ ਕੁਛ ਦਿਨਾਂ ਤੋਂ ਇਰਾਨ ਅਤੇ ਇਜ਼ਰਾਈਲ ਦੇ ਵਿਚਾਲੇ ਜਿਹੜਾ ਡਾਇਰੈਕਟ ਇਨਡਾਇਰੈਕਟ ਕਨਵੈਨਸ਼ਨਲ ਵਾਰ ਚੱਲ ਰਹੀ ਹੈ, ਜਿਸ ਦੇ ਵਿੱਚ ਪਿਛਲੇ ਕੁਛ ਦਿਨਾਂ 'ਚ ਇਜ਼ਰਾਈਲ ਨੇ ਇਰਾਨ ਦੇ ਉੱਪਰ ਅਟੈਕ ਕੀਤਾ ਸੀ, ਅਤੇ ਉਹਦੇ ਇਟਾਲੀਏਟ ਵਜੋਂ ਇਰਾਨ ਲਾਂਚਡ ਇਟ ਅਗੇਂਸਟ ਇਜ਼ਰਾਈਲੀ ਇਨਫਰਾਸਟਰਕਚਰ ਐਂਡ ਇਰਾਨ ਦੀ ਜੋ ਫੋਰਸ ਹੈ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਉਸਨੇ ਇਸ ਨੂੰ ਅੰਜਾਮ ਦਿੱਤਾ ਹੈ। ਅਤੇ ਇਹ ਜੋ ਇਜ਼ਰਾਈਲੀ ਏਅਰ ਸਟਰਾਈਕ ਹੋਏ ਸੀ ਉਹਨਾਂ ਦੇ ਇਟਾਲੀਏਸ਼ਨ ਵੱਲੋਂ ਇਸ ਓਪਰੇਸ਼ਨ ਨੂੰ ਲਾਂਚ ਕੀਤਾ ਗਿਆ। ਵਾਟ ਇਜ਼ ਸਵਾਇਤ L1 recently unveiled by India? It is a
cruise missile. Swayat L1 is India's new indigenous long-range land attack cruise missile. It was unveiled at Aero India 2025 and developed by a Hyderabad-based startup. Name is Canadian Indian Private Limited. ISRO's first rocket launch from Uttar Pradesh. Question is, from which location did ISRO recently conduct its first ever rocket launch in Uttar Pradesh? Right answer is Kushinagar. ISRO launched its first rocket from Kushinagar, UP. The launch was in partnership with Thrust Tech India Limited. This marks the first time any payload was launched from ਉੱਤਰ ਪ੍ਰਦੇਸ਼। ਉੱਤਰ ਪ੍ਰਦੇਸ਼ ਦੇ ਵਿੱਚੋਂ ਇਹ ਪਹਿਲੀ ਵਾਰ ਹੋਇਆ ਕਿ ਇਸਰੋ ਨੇ ਆਪਣਾ ਕੋਈ ਪੇਲੋਡ ਰੌਕਟ ਲਾਂਚ ਕੀਤਾ ਹੈ। Axiom 4 SpaceX mission. Who is the Indian astronaut part of Axiom 4 SpaceX mission to the ISS? ISS stand for International Space Center. ਤੇ ਉਸ ਦਾ ਜੋ ਰਾਈਟ ਆਨਸਰ ਹੈ ਉਹ ਹੈ Subhanshu Shukla. He is astronaut from India, is a part of Axiom 4 SpaceX mission. Subhanshu Shukla is a part of SpaceX mission. The mission is headed to the International Space Center. The Axiom mission 4 includes astronauts from ਇਸ ਮਿਸ਼ਨ ਦੇ ਵਿੱਚ ਹੋਰ ਕਿਹੜੇ-ਕਿਹੜੇ ਦੇਸ਼ਾਂ ਤੋਂ ਐਸਟਰੋਨੌਟ ਸ਼ਾਮਿਲ ਹਨ? ਇੰਡੀਆ ਤੋਂ ਜੋ ਸੁਭਾਂਸ਼ੂ ਸ਼ੁਕਲਾ ਜੀ ਹੈ ਉਹ ਹੈ, ਤੇ ਹੰਗਰੀ ਤੇ ਪੋਲੈਂਡ ਤੋਂ ਵੀ ਇਸ SpaceX ਮਿਸ਼ਨ ਦੇ ਵਿੱਚ ਐਸਟਰੋਨੌਟ ਸ਼ਾਮਿਲ ਹਨ। The private EX4 space mission, launching no earlier than June 22 of 2025, carries astronauts from India, Hungary, and Poland also. Which Indian company successfully tested the Tej supersonic ramjet engine? Right answer is Hyperix Aviation. Hyperix Aviation है जो based in Bangalore, first private Indian firm to test supersonic engine. It is a major innovation in India's private defense sector. What event was organized as a run-up to International Yoga Day 2025? ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਯੋਗਾ ਬੰਧਨ। Yoga Bandhan was organized by a Morarji Desai National Institute of Yoga in New Delhi to promote awareness and participation in Yoga Day 2025 activities across the country. Yoga Bandhan ਜੋ ਹੈ ਐਕਟੀਵਿਟੀ, ਇਸ ਨੂੰ ਮੁਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਨਿਊ ਦਿੱਲੀ ਨੇ ਪ੍ਰਮੋਟ ਕੀਤਾ ਹੈ, ਖਾਸ ਤੌਰ 'ਤੇ ਯੋਗਾ ਦੀ ਅਵੇਅਰਨੈਸ ਹੈ ਜਿਹੜੀ ਉਹ ਦੇਸ਼ ਦੇ ਵਿੱਚ ਫੈਲਾਈ ਜਾ ਸਕੇ। The 2022 Summer Carnival in Ladakh concluded at which venue? ਜਗ੍ਹਾ ਦਾ ਨਾਮ ਪੁੱਛਿਆ ਗਿਆ ਹੈ, ਉਹ ਹੈ ਵਿਸ਼ਵਨਾਥਨ ਸਟੇਡੀਅਮ। ਵਿਸ਼ਵਨਾਥਨ ਸਟੇਡੀਅਮ ਕੀ ਹੈ? ਇਹ ਦਰਾਸ ਦੇ ਵਿੱਚ ਹੈ ਔਰ ਇੰਡੀਅਨ ਆਰਮੀ ਨੇ ਇਸ ਸਮਰ ਕਾਰਨੀਵਲ ਨੂੰ ਆਰਗੇਨਾਈਜ਼ ਕੀਤਾ ਸੀ। ਕਿਸ ਦੇ ਲਈ ਆਰਗੇਨਾਈਜ਼ ਕੀਤਾ ਸੀ? ਟੂ ਬੂਸਟ ਟੂਰਿਜ਼ਮ ਐਂਡ ਲੋਕਲ ਅੰਗੇਜਮੈਂਟ। Rajnath Singh will attended SCO meeting in which country? Right answer is China. ਦੋਸਤੋ SCO ਵੀ ਇੱਕ ਆਰਗੇਨਾਈਜੇਸ਼ਨ ਹੈ ਬਿਮਸਟਿਕ ਦੀ ਤਰ੍ਹਾਂ। ਇਸ ਦਾ ਜੋ ਲੋਕੇਸ਼ਨ ਹੈ ਜਿੱਥੇ ਜਿਸ ਦੀ ਅਗਲੀ ਮੀਟਿੰਗ ਹੋਣੀ ਹੈ ਉਹ ਹੈ ਜਿੰਗਡਿਓ, ਜੋ ਚਾਈਨਾ ਦੇ ਵਿੱਚ ਹੈ। ਜੋ ਇਸ ਦਾ ਸ਼ਡਿਊਲ ਹੈ ਉਹ ਹੈ 24 ਤੋਂ 25 ਜੂਨ 2025। ਇਹ ਜੋ ਪਲੇਟਫਾਰਮ ਹੈ ਰੀਜਨਲ ਕੋਆਪਰੇਸ਼ਨ ਦੇ ਲਈ ਇਸ ਨੂੰ ਡਿਵੈਲਪ ਕੀਤਾ ਗਿਆ ਸੀ ਤਾਂ ਜੋ ਇੰਡੋ ਚਾਈਨਾ ਦੇ ਆਪਸੀ ਰਿਲੇਸ਼ਨ ਹਨ ਜਾਂ ਆਪਸੀ ਸਟ੍ਰੈਟੇਜਿਕ ਇੰਟਰਸਟ ਹਨ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਮ ਕੀਤਾ ਜਾ ਸਕੇ। Where did the G7 summit take place? Right answer is in Canada. ਜਗ੍ਹਾ ਦਾ ਜੋ ਨਾਮ ਹੈ ਕਾਨਾਨਾਸਿਕਸ।
ਕਾਨਾਨਾਸਿਕਸ ਨਾਮ ਦੀ ਜੋ ਜਗ੍ਹਾ ਹੈ ਕੈਨੇਡਾ ਦੇ ਵਿੱਚ, ਉੱਥੇ G7 ਜੋ ਸਮਿਟ ਹੈ ਉਹ ਹੋਣਾ ਹੈ। G20 ਦੀ ਤਰ੍ਹਾਂ G7 ਹੈ, ਜੋ ਵਰਲਡ ਦੀਆਂ ਸਭ ਤੋਂ ਜ਼ਿਆਦਾ GDP ਵਾਲੀਆਂ ਇਕੋਨਮੀਜ਼ ਨੇ, ਉਹ ਇਸ ਦੇ ਵਿੱਚ ਸ਼ਾਮਿਲ ਨੇ। India and which country recently agreed to restore full diplomatic ties? Right answer is Canada. ਲਗਭਗ 2 ਸਾਲ ਪਹਿਲਾਂ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਕੁਝ ਠੀਕ ਨਹੀਂ ਸੀ ਚੱਲ ਰਹੇ। Now, India and Canada agreed to reinstate high commissioners, signaling a diplomatic thaw and improved bilateral engagement. ਅੱਜ ਫਿਰ ਤੋਂ ਦੋਨਾਂ ਦੇਸ਼ਾਂ ਨੇ ਆਪਸ ਦੇ ਵਿੱਚ ਜਿਹੜੇ ਹੈ ਉਹ ਹਾਈ ਕਮਿਸ਼ਨ ਦੁਬਾਰਾ ਰੀਇਨਸਟੇਟ ਕਰਨ ਦੀ ਜਿਹੜੀ ਹੈ ਤਜਵੀਜ਼ ਰੱਖੀ ਹੈ। ਇਸ ਦੇ ਨਾਲ ਦੋਨਾਂ ਦੇਸ਼ਾਂ ਦੇ ਜੋ ਬਾਇਲੇਟਰਲ ਰਿਲੇਸ਼ਨਸ ਨੇ ਉਹ ਦੁਬਾਰਾ ਸਥਾਪਿਤ ਹੋਣਗੇ। India refused to sign SCO statement criticizing which country? Right answer is Israel. SCO ਆਰਗੇਨਾਈਜੇਸ਼ਨ ਦੇ ਵਿੱਚ ਇਜ਼ਰਾਈਲ ਵੱਲੋਂ ਜੋ ਈਰਾਨ ਤੇ ਅਟੈਕ ਹੋਇਆ ਸੀ ਉਸ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ ਇੱਕ ਸਟੇਟਮੈਂਟ ਆਈ ਸੀ, ਜਿਸ ਦੇ ਸਮਰਥਨ ਕਰਨ ਤੋਂ ਇੰਡੀਆ ਨੇ ਨਾ ਕਰ ਦਿੱਤੀ ਹੈ। ਇੰਡੀਆ ਮੇਨਟੇਨਡ ਨਿਊਟਰਲ ਸਟਾਂਸ। ਇੰਡੀਆ ਨੇ ਨਾ ਹਾਂ ਦੇ ਵਿੱਚ ਵੋਟ ਦਿੱਤਾ ਹੈ ਤੇ ਨਾ ਹੀ ਨਾ ਦੇ ਵਿੱਚ ਵੋਟ ਦਿੱਤਾ ਹੈ। ਡਿਊ ਟੂ India preserves balanced West Asia diplomacy. Who conferred the Grand Cross of the Order of Macarius III to PM Modi? ਪਿਛਲੇ ਕੁਝ ਦਿਨਾਂ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਾਈਪਰਸ ਦੇ ਦੌਰੇ 'ਤੇ ਸੀ ਅਤੇ ਉੱਥੇ ਉਹਨਾਂ ਨੇ ਸਾਈਪਰਸ ਦਾ ਜੋ ਹਾਈਐਸਟ ਸਿਵਲੀਅਨ ਔਨਰ ਹੈ ਉਹਨਾਂ ਨੂੰ ਉਹ ਦਿੱਤਾ ਗਿਆ, ਜਿਸ ਦਾ ਨਾਮ ਹੈ ਮੈਕਾਰੀਅਸ III। ਇਹ ਜੋ ਹੈ ਫਸਟ ਪ੍ਰੈਜ਼ੀਡੈਂਟ ਸੀ ਜੋ ਸਾਈਪਰਸ ਦੇ, ਉਹਨਾਂ ਦੇ ਨਾਮ ਦੇ ਉੱਤੇ ਇਸ ਔਨਰ ਦਾ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਦਾ ਲੱਗਦਾ ਕੁਐਸਚਨ ਅਸੀਂ ਕਰਾਂਗੇ, ਵਾਟ ਇਜ਼ ਦਾ ਕੈਪੀਟਲ ਆਫ ਸਾਈਪਰਸ? ਸਾਈਪਰਸ ਦੀ ਜੋ ਕੈਪੀਟਲ ਹੈ ਉਹ ਹੈ ਨਿਕੋਸ਼ੀਆ। ਨਿਕੋਸ਼ੀਆ ਇਜ਼ ਦਾ ਕੈਪੀਟਲ ਆਫ ਸਾਈਪਰਸ ਐਂਡ ਕਰੰਸੀ ਆਫ ਸਾਈਪਰਸ ਇਜ਼ ਯੂਰੋ, ਐਂਡ ਸਾਈਪਰਸ ਇਜ਼ ਦਾ 3rd ਲਾਰਜੈਸਟ ਆਈਸਲੈਂਡ in the Mediterranean Sea.